करनी है, बेनतियां करनी है। आप जी ਨੂੰ पता है कि ਸਾਡੇ पंजाब ते इंडिया ਦੇ ਵਿੱਚ बीजेपी ਤੇ ਕਾਂਗਰਸ ਦੀ हुकूमत है जिसने ਸਾਡੇ ਉੱਤੇ बहुत ਜ਼ੁਲਮ ਕੀਤੇ ਹੈ ਤੇ ਇਹ ਜਿਹੜੀ ਜ਼ੁਲਮ ਦੀ ਹਨੇਰੀ ਚੱਲੀ ਹੈ ਇਹ ਪਿਛਲੇ 5 ਸਾਲਾਂ ਤੋਂ ਹੋਰ ਤੇਜ਼ ਹੋਈ ਹੈ ਕਿਉਂ ਕਰਕੇ ਟਰੰਪ ਸਾਹਿਬ ਇੱਕ ਤਾਨਾਸ਼ਾਹ ਅਮਰੀਕਾ ਦੇ ਪ੍ਰੈਜ਼ੀਡੈਂਟ ਤੇ ਸਾਡੇ ਇੱਥੇ ਮੋਦੀ ਸਾਹਿਬ ਦੇ ਨਾਲ ਰਲ ਕੇ ਇਹਨਾਂ ਨੇ ਆਪਣੇ ਜੋ ਮਨ ਆਈ ਸੀ ਉਸ ਤਰ੍ਹਾਂ ਹੀ ਇਹਨਾਂ ਨੇ ਕੀਤੀ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਕਾਨੂੰਨ ਜ਼ਿਮੀਂਦਾਰਾਂ ਦੇ ਕਿਸਾਨਾਂ ਦੇ ਬਣਾਤੇ ਹੈ ਜਿਹੜੇ ਸਾਡੇ ਕਾਸ਼ਤਕਾਰ ਹੈ ਉਹਨਾਂ ਦੇ ਉੱਤੇ ਬਹੁਤ ਧੱਕਾ ਲੱਗਿਆ ਹੋਇਆ ਔਰ ਸਾਡੀ ਜਿਹੜੀ ਮਾਲੀ ਹਾਲਤ ਹੈ ਸਿੱਖ ਕੌਮ ਦੀ ਬੇਸ਼ੱਕ ਉਹ ਖੇਤ ਮਜ਼ਦੂਰ ਨੇ ਬੇਸ਼ੱਕ ਕਾਸ਼ਤਕਾਰ ਨੇ ਬੇਸ਼ੱਕ ਉਹ ਦੁਕਾਨਦਾਰ ਹੈ ਇਸ ਦਾ ਮਲੀਆ ਮੇਟ ਕਰਤਾ ਹੈ ਕਿ ਜਿਹੜੇ ਕਾਨੂੰਨ ਸਾਡੇ ਉੱਤੇ ਲਾਤੇ ਹੈ ਉਹਦੇ ਨਾਲ ਸਾਨੂੰ ਬਹੁਤ ਘਾਟਾ ਪੈ ਰਿਹਾ ਔਰ ਇਹ ਕਾਨੂੰਨ ਬਣਾਏ ਹੈ ਜਿਹੜੇ ਸ਼ਹਿਰੀ ਲੋਕ ਹੈ ਵੱਡੇ ਵੱਡੇ ਲਾਲੇ ਹੈ ਕੋਆਪਰੇਟਸ ਹੈ ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਖੇਤੀਬਾੜੀ ਕਿਵੇਂ ਚੱਲਦੀ ਹੈ ਉਹਦੀ ਇਕੋਨਮੀ ਮਾਲੀ ਹਾਲਤ ਕਿਵੇਂ ਹੈ ਮੈਂ ਹੁਣ ਆਪਣੇ ਸ਼ਹਿਰੀ ਵੀਰਾਂ ਨਾਲ ਕਦੇ ਗੱਲ ਵੀ ਕਰਦਾ ਅਤੇ ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਪੁੱਛਦਾ ਕਦੇ ਕਦੇ ਕਿ ਤੁਹਾਨੂੰ ਪਤਾ ਹੈ ਕਣਕ ਕਾਹਦੇ 'ਤੇ ਲੱਗਦੀ ਹੈ ਉਹ ਮੈਨੂੰ ਜਵਾਬ ਦਿੰਦੇ ਹੈ ਕਿ ਦਰਖਤਾਂ 'ਤੇ ਲੱਗਦੀ ਹੈ ਹੁਣ ਜਿਹੜੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਣਕ ਬੂਟਿਆਂ 'ਤੇ ਪੈਦਾ ਹੁੰਦੀ ਹੈ ਉਹਨਾਂ ਨੇ ਸਾਡੇ ਜ਼ਿਮੀਂਦਾਰੀ ਦੇ ਕਾਨੂੰਨ ਬਣਾਤੇ ਹੈ ਸਾਰੇ ਕਿਸਾਨ ਯੂਨੀਅਨ ਸਾਡੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਜੱਦੋ ਜਹਿਦ ਦੇ ਵਿੱਚ ਹੈ ਸ਼ੰਭੂ ਵੀ ਸਾਡੀ ਪਾਰਟੀ ਨੇ ਧਰਨੇ ਲਾਏ ਹੋਏ ਹੈ ਲੌਂਗੋਵਾਲ ਵਿੱਚ ਵੀ ਲਾਏ ਹੋਏ ਹੈ ਹੁਣ ਹਰਿਆਣੇ ਦੀ ਹੱਦ ਦੇ ਉੱਤੇ ਵੀ ਲਾ ਦਿੱਤਾ ਗਿਆ ਹੈ ਕਿ ਸਾਨੂੰ ਇਨਸਾਫ ਚਾਹੀਦਾ ਪਰ ਬੀਜੇਪੀ ਆਰਐਸਐਸ ਦੀ ਕੱਟੜਵਾਦ ਹਿੰਦੂਤਵਾ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਹੁਣ ਜੇ ਸਾਡੇ ਰਸਤੇ ਦਿੱਲੀ ਨੂੰ ਬੰਬੇ ਨੂੰ ਜਿੱਥੋਂ ਪਾਣੀ ਦੇ ਰਾਹ ਸਾਡੀਆਂ ਜਿਨਸਾਂ ਬਾਹਰ ਜਾਂਦੀਆਂ ਉਹ ਬੰਦ ਕਰਤੇ ਹੈ ਪਰ ਜਿਹੜੇ ਸਿੱਖ ਹੈ ਇਹਨਾਂ ਦੀ ਇੱਕ ਇਤਿਹਾਸਕ ਤੌਰ 'ਤੇ ਤਾਰੀਫ ਹੈ ਜੇ ਸਿੱਖ ਦਾ ਇੱਕ ਦਰਵਾਜ਼ਾ ਬੰਦ ਹੋ ਜੇ ਫਿਰ ਇਹ ਆਪਣੇ ਆਪ ਹੀ ਦੂਜਾ ਦਰਵਾਜ਼ਾ ਖੋਲ੍ਹ ਲੈਂਦੇ ਹੈ ਮੈਨੂੰ ਯਾਦ ਹੈ ਜਦੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਮੁਗਲ ਹਕੂਮਤ ਦਿੱਲੀ ਦੇ ਵਿੱਚ ਰਿਪੋਰਟ ਕਰਤੀ ਸੀ ਕਿ ਅਸੀਂ ਹੁਣ ਸਾਰੇ ਸਿੱਖ ਮਰ ਮਕਾ ਦਿੱਤੇ ਹੈ ਉਸ ਵੇਲੇ ਸਿੱਖ ਜੰਗਲਾਂ 'ਚ ਰਹਿੰਦੇ ਸੀਗੇ ਅਤੇ ਜੰਗਲਾਂ 'ਚੋਂ 2 ਸ਼ੇਰ ਨਿਕਲੇ ਬਾਬਾ ਬੱਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਉਹਨਾਂ ਨੇ GT ਰੋਡ ਤਰਨ ਤਾਰਨ ਜਿਹੜੀ ਸੜਕ ਲਾਹੌਰ ਨੂੰ ਜਾਂਦੀ ਸੀ ਉੱਥੇ ਨਾਕਾ ਲਾ ਲਿਆ ਚੁੰਗੀ ਲਾ ਲਈ ਅਤੇ ਇਹ ਹਕੂਮਤ ਨੂੰ ਦਿੱਲੀ ਤੱਕ ਮੁਗਲਾਂ ਨੂੰ ਦੱਸਤਾ ਕਿ ਕੋਈ ਸਾਨੂੰ ਮਰ ਮਿਟਾ ਨਹੀਂ ਸਕਦਾ ਹੈਗਾ ਹੁਣ ਜੇ ਰਸਤੇ ਸਾਡੇ ਦਿੱਲੀ ਬੰਬੇ ਤੋਂ ਬੰਦ ਹੋ ਗਏ ਹੈ ਅਤੇ ਆਪਾਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਬਹੁਤ ਵੱਡਾ ਮੁਜ਼ਾਹਰਾ ਹਸੈਣੀ ਵਾਲਾ ਬਾਰਡਰ 'ਤੇ ਕਰ ਰਹੀ ਹੈ ਜਿਹੜਾ ਪਾਕਿਸਤਾਨ ਦੀ ਹੱਦ ਦੇ ਉੱਤੇ ਹੈਗਾ ਔਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਹਕੂਮਤ ਸਾਡੇ ਬਾਰਡਰ ਪਾਕਿਸਤਾਨ ਦੇ ਨਾਲ ਖੋਲ੍ਹੇ ਜਿਹਦੇ ਨਾਲ ਸਾਡੀਆਂ ਜਿਨਸਾਂ
ਪਾਕਿਸਤਾਨ, ਇਰਾਨ, ਇਰਾਕ, ਸੀਰੀਆ, ਲੈਬਨਾਨ, ਗਲਫ, ਸਾਊਦੀ ਅਰੇਬੀਆ, ਉੱਤੇ ਕਾਬਲ, ਜਿਹੜੀਆਂ ਸੈਂਟਰਲ ਏਸ਼ੀਅਨ ਰਿਪਬਲਿਕਸ ਨੇ, ਉੱਥੇ ਤੱਕ ਜਾਣ। ਇਹਨਾਂ ਦੇ ਦੋ ਫਾਇਦੇ ਹੋਣਗੇ। ਇੱਕ ਤਾਂ ਸਾਡੀਆਂ ਜਿਨਸਾਂ ਪੈਦਾਵਾਰ ਚੰਗੇ ਮੁੱਲ ਦੇ ਉੱਤੇ ਵਿਕਣਗੀਆਂ। ਅੱਜ ਅਸੀਂ ਜੇ ਬਾਸਮਤੀ ਬੀਜੀ ਹੈ ਬੜੇ ਤਰਲੇ ਕਰਕੇ ਜ਼ਿਮੀਂਦਾਰਾਂ ਦੇ, ਅਤੇ ਉਹਦਾ ਭਾਅ ਸਿਰਫ 1800 ਰੁਪਈਆ ਕਿੱਲਾ ਹੈ। ਪਰ ਜੇ ਪਾਕਿਸਤਾਨ ਦਾ ਬਾਰਡਰ ਆਪਾਂ ਟੱਪ ਜਾਈਏ ਤਾਂ ਉੱਥੇ ਈਰਾਨ ਦੇ ਵਿੱਚ 4000 ਤੋਂ 5000 ਰੁਪਈਆ ਕੁਇੰਟਲ ਇਹਦੀ ਕੀਮਤ ਹੈਗੀ ਹੈ। ਪਾਕਿਸਤਾਨ ਦੇ ਵਿੱਚ ਵੀ ਕਾਲ ਪਿਆ ਹੋਇਆ। ਉਹਨਾਂ ਨੇ ਕਣਕ ਮੰਗਾਈ ਹੈ ਰੂਸ ਤੋਂ। ਜਦੋਂ ਬਾਰਡਰ ਇੱਕੋ ਹੀ ਹੈ, ਇੱਕੋ ਹੀ ਅਸੀਂ ਨਸਲ ਹੈ, ਇੱਕੋ ਹੀ ਸਾਡੀ ਗੱਲਬਾਤ ਹੈ, ਇੱਕੋ ਹੀ ਬੋਲੀ ਹੈ, ਅਤੇ ਫਿਰ ਕਣਕ ਪੰਜਾਬ ਤੋਂ ਪਾਕਿਸਤਾਨ ਕਿਉਂ ਨਹੀਂ ਜਾ ਸਕਦੀ? ਸੋ ਵੀਰੋ, ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਕਰਨੀਆਂ ਹੈਗੀਆਂ। ਅਤੇ ਜੇ ਇੱਕ ਦਰਵਾਜ਼ਾ ਸਾਡਾ ਬੰਦ ਕਰਤਾ ਹੈ ਬੰਬੇ ਦਾ, ਸਾਨੂੰ ਵਪਾਰੀਆਂ ਨੂੰ ਇੱਕ ਇੱਕ ਪੈਸੇ ਦਾ ਪਤਾ ਹੁੰਦਾ ਕਿੱਥੇ ਲੱਗਣਾ। ਸਾਡੀ ਜਿਹੜੀ ਬੰਦਰਗਾਹ ਨੇੜੇ ਪੈਂਦੀ ਹੈ ਉਹ ਪੈਂਦੀ ਹੈ ਕਰਾਚੀ, ਅਤੇ ਸਾਡਾ ਜਿਹੜਾ ਰੇਲਵੇ ਦਾ ਗੱਠਜੋੜ ਹੈ ਉਹ ਪਸ਼ਾਵਰ ਨੂੰ ਵੀ ਸਿੱਧੀ ਗੱਡੀ ਜਾਂਦੀ ਹੈ ਅਤੇ ਕਰਾਚੀ ਨੂੰ ਵੀ ਸਿੱਧੀ ਗੱਡੀ ਜਾਂਦੀ ਹੈ ਅੰਮ੍ਰਿਤਸਰ ਤੋਂ। ਸੋ ਮੈਂ ਸਮਝਦਾ ਕਿ ਆਪਾਂ ਇਹਨਾਂ ਦਾ ਖਹਿੜਾ ਛੱਡੀਏ ਜਿਹੜੇ ਲੋਕ ਸਾਨੂੰ ਰਲਾਉਣਾ ਨਹੀਂ ਚਾਹੁੰਦੇ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੱਲ੍ਹ ਹੀ ਹਰਿਆਣਾ ਦੀ ਮਤਸਵੀ ਬੀਜੇਪੀ ਸਰਕਾਰ ਨੇ ਰਾਮ ਰਹੀਮ ਸੌਦੇ ਨੂੰ ਪੈਰੋਲ ਦੇਤੀ ਹੈ, ਛੱਡ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਨੇ ਪਹਿਲਾਂ ਇਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਮਾਫੀ ਮੰਗਵਾਤੀ ਸੀਗੀ, ਔਰ ਕਿੰਨਾ ਕਲੇਸ਼ ਪਿਆ। ਅੱਜ ਵੀ ਬਰਗਾੜੀ ਦੇ ਵਿੱਚ ਮੋਰਚੇ ਚੱਲੀ ਜਾਂਦੇ ਹੈ। 328 ਸਾਡੀਆਂ ਜਿਹੜੀਆਂ ਮਹਾਰਾਜ ਦੀਆਂ ਬੀੜਾਂ ਸੀ ਉਹ SGPC ਨੇ ਗੁੰਮ ਕੀਤੀਆਂ। ਸਾਡੀ ਪਾਰਟੀ ਨੇ ਲੌਂਗੋਵਾਲ ਵਿਖੇ ਮਹੀਨੇ ਤੋਂ ਉੱਤੇ ਮੋਰਚਾ ਲਾਇਆ ਹੋਇਆ ਹੈ ਕਿ SGPC ਬਾਦਲ ਦੇ ਕੰਟਰੋਲ 'ਚ ਹੈ। ਇਹ ਸਾਨੂੰ ਦੱਸਣ ਕਿ ਉਹ ਮਹਾਰਾਜ ਦੇ ਸਰੂਪ ਕਿੱਥੇ ਹੈਗੇ ਆ। ਸੋ ਜਿੰਨਾ ਅਸੀਂ ਤੁਹਾਡੇ ਲਈ ਇੰਨੇ ਸਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲੀਹ ਦੇ ਉੱਤੇ ਚੱਲਦੇ ਹਾਂ, ਜੱਦੋਜਹਿਦ ਕੀਤੀ ਹੈ, ਅਸੀਂ ਸਰਕਾਰ ਤੋਂ ਕਿਸੇ ਤੋਂ ਕੁਛ ਨਹੀਂ ਲਿਆ। ਜੇ ਤੁਸੀਂ ਵੋਟ ਸਾਨੂੰ ਪਾ ਦਿੰਦੇ ਹੋ ਅਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਵਧੀਆ ਸਿੱਖ ਅਤੇ ਪੰਜਾਬ ਦੀ ਨੁਮਾਇੰਦਗੀ ਕਰਦੇ ਹਾਂ। ਜੇ ਨਹੀਂ ਦਿੰਦੇ ਤਾਂ ਅਸੀਂ ਤਾਂ ਵੀ ਚੁੱਪ ਨਹੀਂ ਕਰਦੇ। ਅਸੀਂ ਅੱਜ ਵੀ ਜਿੱਥੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਹੋਏ ਹੈ ਉੱਥੇ ਹਰੇਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਥੇਦਾਰ ਪਹੁੰਚਿਆ ਹੋਇਆ ਹੈ। ਔਰ 10 ਤਰੀਕ ਨੂੰ ਹਸੈਣੀ ਵਾਲੇ ਜਿਹੜੀ ਸਾਡੀ ਕਾਨਫਰੰਸ ਹੈ ਉਹਦੇ ਵਿੱਚ ਮੈਂ ਆਪ ਨੂੰ ਬੇਨਤੀ ਕਰਦਾ ਕਿ ਉੱਥੇ ਜ਼ਰੂਰ ਹੱਥ ਜੋੜ ਕੇ ਉੱਥੇ ਪਹੁੰਚੋ ਅਤੇ ਉਸ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I am going to address the Khalsa Panth. I am Simranjit Singh Mann, your humble servant, who has been in your service for the last 50 or 60 years. We follow the policy of Sant Jarnail Singh Bhindranwala, and we have not polluted our political thought by bending backwards or sideways to the Hindutva ideology followed by the BJP, RSS or the Congress party. I wish to congratulate all Americans for their voting for the Democratic Party and for Mr. Joe Biden. We think he will bring peace to the world and he will look after our human rights. During
the last administration of President Trump, we have seen that his partner in India, Mr. Narendra Modi, has committed excesses against the Muslims, the Christians, the tribal people, the scheduled castes, and the Sikhs. And the armed forces are deployed on all the periphery of India because the population internally is unsettled, as Mr. Modi has put the army in charge of administration in all the peripheral states of India. And Kashmir, you know, it was annexed by the Sikhs in 1819 by the Lahore Darbar, the Sikh Empire. Over there also, the Kashmiris' constitutional rights have been taken away, and Mr. Modi, on the pattern of China, is trying to change the demography of Kashmir by settling citizens from Hindustan states like Bihar, Madhya Pradesh, Haryana, etc., etc. So the situation over here, as far as the farmers are concerned, it's very, very bad. Do you know that our Sikh economy depends on the welfare and prosperity of the farmlands? But the BJP RSS government of Mr. Modi has made certain laws for the farms which are not in consonance with the thinking and the practices of us Sikh farmers who produce the maximum food grains and other farm produce in India. And these farm laws have been made by big corporate businessmen, traders who know nothing about how to conduct the rural economy. So there is strife all over the Punjab, in which our party, the Shromani Akali Dal Amritsar, is taking an active part. As such, on the 10th of this month, November, we are going to hold a big conference at Hussainiwala on the border with Pakistan to tell the Sikhs that if the regimes in Delhi have consistently stopped our economic progress, the other door to the Islamic countries is open to us, and we want that the borders with Pakistan and Punjab should be open,